ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੇਹੁ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਜੈ ਤਿਗੰ ਜੈ ਤਿਗੰ ਜੈ ਤਿਗੰ ਜੈ ਤਿਗੰ। ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ। ਦੂਤ ਹੈ ਦਹਨ ਭਇਆ, ਗੋਬਿੰਦ ਪ੍ਰਗਟਾਇਆ। ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਸਾਧ ਸੰਗ ਸਮਾਣਿਆ। ਅਚਰਜ ਡੀਠਾ ਅਮਿਓ ਊਠਾ, ਗੁਰ ਪ੍ਰਸਾਦੀ ਜਾਣਿਆ। ਮਨ ਸ਼ਾਂਤ ਆਈ ਵੱਜੀ ਵਾਧਾਈ, ਨਹ ਅੰਤ ਜਾਈ ਪਾਇਆ। ਬਿਨਵੰਤ ਨਾਨਕ ਮੈਂ ਹਰ ਘਰ ਮੇਲਾ, ਓ ਪ੍ਰਭੂ ਆਪ ਬਣਾਇਆ। ਮੇਰੀ ਸਿਜੜੀਐ ਆਡੰਬਰ ਬਣਿਆ, ਮਨ ਅਨੰਦ ਭਇਆ। ਪ੍ਰਭ ਆਵਤ ਸੁਣਿਆ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਜਗਤ ਪਾਤਸ਼ਾਹੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ, ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ, ਜੋ ਨਿਤ ਦੀ ਮਰਿਆਦਾ ਮੁਤਾਬਕ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਨੂੰ ਸਫਲਾ ਸੁਕਾਰਥਾ ਬਣਾਉਣਾ ਕਰ ਰਹੇ ਹੋ। ਗੁਰੂ ਮਹਾਰਾਜ ਜੀਆਂ ਦੀ ਕਿਰਪਾ ਹੋਈ, ਜੋ ਇਲਾਹੀ ਬਾਣੀ ਦੇ ਕੀਰਤਨ ਆਪ ਸਮੂਹ ਸੰਗਤਾਂ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਸਰਵਣ ਕਰਨਾ ਕੀਤੇ ਹਨ।
ਤਾਂ ਹੁਣ ਸਮਾਂ ਹੈ ਜੋ ਕਲਗੀਤ ਅੱਜ ਉਹ ਮੁਬਾਰਕ ਦਿਹਾੜਾ ਹੈ ਜਦੋਂ ਗੁਰਸੰਗਤ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੇ ਸੰਸਾਰ ਨੂੰ ਤਾਰਨ ਵਾਸਤੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਮਾਤਾ ਧੰਨ ਮਾਤਾ ਗੁਜਰ ਕੌਰ ਜੀਆਂ ਦੇ ਉਦਰ ਤੋਂ ਪ੍ਰਕਾਸ਼ਮਾਨ ਹੋਣਾ ਕੀਤਾ। ਸੋ ਆਪ ਸਮੂਹ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ ਹੋਵਣ ਜੀ। ਤਾਂ ਗੁਰਸੰਗਤ ਜੀ ਜੋ ਕਲਗੀਧਰ ਪਿਤਾ ਜੀਆਂ ਦੇ ਨਾਲ ਸੰਬੰਧਿਤ ਜੋ ਇਤਿਹਾਸ ਹਨ, ਆਓ ਤਿਨਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਬਖਸ਼ੋ ਅਸੀਸ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਉਹ ਮੁਬਾਰਕ ਦਿਨ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਮਾਤਾ ਗੁਜਰ ਕੌਰ ਜੀਆਂ ਦੇ ਉਦਰ ਤੋਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀਆਂ ਦੇ ਵਿਖੇ ਆਪ ਅਵਤਾਰ ਧਾਰਿਆ ਹੈ। ਮਹਾਰਾਜ ਨਵੇਂ ਪਾਤਸ਼ਾਹ ਜੀਆਂ ਨੇ 26 ਸਾਲ 9 ਮਹੀਨੇ ਤੇ 13 ਦਿਨ ਦਾ ਸਮਾਂ ਆਪ ਜੀਆਂ ਨੇ ਬਾਬਾ ਬਕਾਲਾ ਸਾਹਿਬ ਜੀਆਂ ਦੇ ਅਸਥਾਨਾਂ ਤੇ ਭਗਤੀ ਕਰਨਾ ਕੀਤੀ। ਨਾਲ ਦੇ ਨਾਲ ਧੰਨ ਮਾਤਾ ਗੁਜਰ ਕੌਰ ਜੀਆਂ ਨੇ ਵੀ ਬਰਾਬਰ ਦਾ ਹਿੱਸਾ ਪਾਣਾ ਕੀਤਾ, ਕਿਉਂਕਿ ਗੁਰਸੰਗਤ ਜੀ ਜਿਹੜੇ ਭਗਤੀ ਕਰਨ ਵਾਲੇ ਹੁੰਦੇ ਨੇ ਨਾ, ਤੇ ਜਿਹੜੇ ਉਹਨਾਂ ਦੀ ਸੇਵਾ ਕਰਨਾ ਕਰਦੇ ਨੇ, ਇਹ ਵੀ ਇੱਕ ਤਰ੍ਹਾਂ ਦੀ ਭਗਤੀ ਹੋਇਆ ਕਰਦੀ। ਧੰਨ ਮਾਤਾ ਗੁਜਰ ਕੌਰ ਜੀਆਂ ਨੇ ਵੀ ਤੇ ਧੰਨ ਮਾਤਾ ਨਾਨਕੀ ਜੀਆਂ ਨੇ ਵੀ ਆਪ ਬਰਾਬਰ ਦਾ ਹਿੱਸਾ ਪਾਇਆ, ਨਾਲ ਸੇਵਾ ਕਰ ਰਹੇ ਨੇ ਤੇ ਨਾਲ ਆਪ ਜੀ ਸਿਮਰਨ ਵੀ ਕਰਨਾ ਕਰ ਰਹੇ ਨੇ। ਤਾਂ ਜਦੋਂ ਐਸੀ ਭਗਤੀ ਕਰਨਾ ਕਰਨ, ਕੱਲ ਗਿਆਨੀ ਜੀ ਗੁਰਸੰਗਤ ਜੀ ਇੱਕ ਬਹੁਤ ਹੀ ਸੁੰਦਰ ਗੱਲ ਕਹਿਣਾ ਕਰ ਰਹੇ ਸਨ ਕਿ ਦਾਤ ਕੋਈ ਵੀ ਪ੍ਰਾਪਤ ਕਰਨੀ ਹੋਵੇ ਨਾ ਤੇ ਉਹਦੇ ਵਾਸਤੇ ਘਾਲਣੀ ਪੈਂਦੀ ਹੈ, ਤੇ ਜਿਹਨੇ ਘਾਲਣਾ ਨਹੀਂ ਘਾਲੀ ਉਹਦੇ ਪੱਲੇ ਦਾਤ ਨਹੀਂ ਪ੍ਰਾਪਤ ਹੁੰਦੀ, ਉਹਨੂੰ ਪ੍ਰਾਪਤੀ ਨਹੀਂ ਹੋਇਆ ਕਰਦੀ। ਇਨਸਾਨ ਜਦੋਂ ਘਾਲਣਾ ਘਾਲਦਾ ਫਿਰ ਉਸ ਤੋਂ ਬਾਅਦ ਉਦੋਂ ਹੀ ਜਾ ਕਰਕੇ ਉਹਨੂੰ ਦਾਤ ਦੀ ਪ੍ਰਾਪਤੀ ਹੋਇਆ ਕਰਦੀ ਹੈ। ਤਾਂ ਆਪ ਦਾਤ ਜਿਤਨੀ ਵੱਡੀ ਹੋਵੇ ਤੇ ਫਿਰ ਘਾਲਣਾ ਵੀ ਉਨੀ ਜ਼ਿਆਦਾ ਹੋਇਆ ਕਰਦੀ ਹੈ। ਆਪ ਗੁਰਸੰਗਤ ਜੀ ਹੁਣ ਮਿਲ ਜਾਣਾ ਕਰਦੇ ਨੇ, ਫੁੱਲ ਫਲ ਪੱਤੇ ਤਾਂ ਮਿਲ ਜਾਣਾ ਕਰਦੇ ਨੇ, ਪਰ ਦਰਖਤ ਮਿਲਣਾ ਬੜਾ ਔਖਾ ਹੋਇਆ ਕਰਦਾ। ਜਿੱਦਾਂ ਬੀਜ ਆਪਾਂ ਪਾਉਣਾ ਕਰੀਏ ਨਾ ਇੱਕ ਧਰਤੀ ਦੇ ਵਿੱਚ, ਤੇ ਉਹਨੂੰ ਇੱਕ ਦਰਖਤ ਬਣਨ ਦੇ ਵਿੱਚ ਬੜਾ ਸਮਾਂ ਲੱਗ ਜਾਂਦਾ,
ਤਿਆਰ ਹੋਣ ਦੇ ਵਿੱਚ ਬੜਾ ਸਮਾਂ ਲੱਗਦਾ ਹੈ। ਉਸੇ ਪ੍ਰਕਾਰ ਦੇ ਨਾਲ ਦਾਤ ਜਿੰਨੀ ਵੱਡੀ ਹੋਵੇ ਉਹਨੂੰ ਪ੍ਰਾਪਤੀ ਦੇ ਵਿੱਚ ਘਾਲਣਾ ਉਨੀ ਜ਼ਿਆਦਾ ਹੋਇਆ ਕਰਦੀ। ਜਿਹੜਾ ਘਾਲਣਾ ਨਹੀਂ ਘਾਲਦਾ ਉਹਦਾ ਜੀਵਨ ਸਫਲ ਨਹੀਂ ਹੋਇਆ ਕਰਦਾ। ਤਾਂ ਆਪ ਗੁਰਸੰਗਤ ਜੀ ਛੋਟੀਆਂ ਮੋਟੀਆਂ ਚੀਜ਼ਾਂ ਤੇ ਇਨਸਾਨ ਨੂੰ ਸੌਖੀਆਂ ਮਿਲ ਜਾਂਦੀਆਂ ਨੇ, ਪਰ ਵੱਡੀ ਦਾਤ ਬਹੁਤ ਔਖੀ ਮਿਲਣਾ ਕਰਦੀ। ਤਾਂ ਕੀ ਕਾਰਨ ਸੀ? ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਦੇ ਵਿੱਚ ਇੰਨੇ ਗੁਣ ਸਨ, ਸਿਦਕ ਵੀ ਸਨ, ਸਬਰ ਵੀ ਸਨ, ਦਇਆ, ਸਬਰ, ਸੰਜਮ ਵਾਲੇ ਗੁਣ ਸਨ। ਇਹ ਗੁਣ ਇਸ ਕਰਕੇ ਸਨ ਕਿਉਂਕਿ ਧੰਨ ਮਾਤਾ ਗੁਜਰ ਕੌਰ ਜੀਆਂ ਨੇ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ, ਧੰਨ ਮਾਤਾ ਨਾਨਕੀ ਜੀਆਂ ਨੇ ਬੜੇ ਵੱਡੇ ਤਪ ਕੀਤੇ ਹੋਏ ਸਨ। ਤਾਂ ਆਪ 26 ਸਾਲ 9 ਮਹੀਨੇ 13 ਦਿਨ ਦਾ ਸਮਾਂ ਆਪ ਜੀਆਂ ਨੇ ਤਪ ਕਰਨਾ ਕੀਤਾ ਹੈ। ਤਪ ਕਰਕੇ ਆਪ ਜੀਆਂ ਦੇ ਗ੍ਰਹਿ ਵਿਖੇ ਪਰਮੇਸ਼ਰ ਨੇ ਗੁਰਸੰਗਤ ਜੀ ਭਾਗ ਲਾਣਾ ਕੀਤੇ। ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੇ ਆਖਣਾ ਕੀਤਾ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਧ ਜੋਗ ਸਾਧਨਾ ਸਾਧਾ, ਇਨ ਜੋ ਕਰੀ ਅਲਖ ਕੀ ਸੇਵਾ, ਜਾਂ ਤੇ ਪ੍ਰਸੰਨ ਭਏ ਗੁਰਦੇਵਾ। ਇਤਨੀ ਭਗਤੀ ਕਰਨ ਤੋਂ ਬਾਅਦ ਪਰਮੇਸ਼ਰ ਜੀਆਂ ਨੇ ਖੁਸ਼ੀ ਕਰਨਾ ਕੀਤੀ ਹੈ ਤੇ ਸਾਨੂੰ ਆਖ ਦੇਣਾ ਕੀਤਾ, ਜਾਓ ਪਿਆਰਿਓ ਧਰਤੀ ਦੇ ਉੱਤੇ ਜਾਣਾ ਕਰੋ। ਤਾਂ ਮਹਾਰਾਜ ਕਹਿਣ ਲੱਗੇ, ਸਾਡਾ ਇਸ ਧਰਤੀ ਦੇ ਉੱਤੇ ਆਉਣ ਦਾ ਚਿੱਤ ਨਹੀਂ ਸੀ ਕਰਦਾ। ਅਸੀਂ ਪਰਮੇਸ਼ਰ ਦੇ ਹੁਕਮਾਂ ਸਦਕਾ ਹੀ ਆਉਣਾ ਕਰ ਰਹੇ ਹਾਂ, ਸਾਡਾ ਇਸ ਧਰਤੀ ਦੇ ਉੱਤੇ ਆਉਣ ਦਾ ਚਿੱਤ ਨਹੀਂ ਸੀ ਕਰਦਾ। ਮਹਾਰਾਜ ਕਹਿਣ ਲੱਗੇ, ਅਸੀਂ ਜਾਣਾ ਤੇ ਕਰ ਰਹੇ ਹਾਂ, ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਕਿ ਅਸੀਂ ਆਪ ਜੀਆਂ ਦੇ ਦਾਸ ਬਣ ਕੇ ਹੀ ਰਹਿਣਾ ਕਰੀਏ, ਦਾਸ ਬਣ ਕੇ ਹੀ ਵਿਚਰਨਾ ਕਰੀਏ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਤਾਂ ਜਗਤ ਦੇ ਵਿੱਚ ਜਿਹੜਾ ਤਮਾਸ਼ਾ ਹੈ ਜੋ ਵਰਤ ਰਿਹਾ, ਅਸੀਂ ਉਹੀ ਦੇਖਣ ਵਾਸਤੇ ਆਏ ਹਾਂ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਆਪ ਜੀਆਂ ਦੇ ਦਾਸ ਹਾਂ। ਤਾਂ ਐਸੀ ਮਹਾਨ ਭਗਤੀ ਨੂੰ ਭਾਗ ਲੱਗੇ ਗੁਰਸੰਗਤ ਜੀ। 26 ਸਾਲ 9 ਮਹੀਨੇ 13 ਦਿਨ ਦੇ ਕਰੜੇ ਤਪ ਤੋਂ ਬਾਅਦ ਮਹਾਰਾਜ ਜੀਆਂ ਦੇ ਗ੍ਰਹਿ ਵਿਖੇ ਕਲਗੀਧਰ ਪਾਤਸ਼ਾਹ ਜੀਆਂ ਨੇ ਆਉਣਾ ਕੀਤਾ। ਇਤਿਹਾਸ ਜੀਆਂ ਤੋਂ ਅਸੀਂ ਜਾਣੂ ਹਾਂ ਕਿ ਗੁਰਸੰਗਤ ਜੀ 8ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੇ ਆਪ ਦੇਣਾ ਕੀਤਾ ਸੀ। ਬਾਬਾ ਬਸੈ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਸਮੁੱਚੀਆਂ ਸੰਗਤਾਂ ਨੂੰ ਆਖ ਦਿੱਤਾ ਕਿ ਅਗਲੇ ਗੁਰੂ ਸ੍ਰੀ ਬਾਬਾ ਬਕਾਲਾ ਸਾਹਿਬ ਜੀਆਂ ਦੇ ਸਥਾਨਾਂ ਤੇ ਹਨ। ਐਸੇ ਬਚਨ ਆਖੇ ਤਾਂ ਉਸ ਉਪਰੰਤ ਸੰਗਤਾਂ ਨੇ ਉਧਰ ਵਹੀਰਾਂ ਘੱਤ ਦਿੱਤੀਆਂ ਨੇ, ਉਧਰ ਬਾਈ ਦੰਬੀ ਪਖੰਡੀ ਆਪਣੇ ਆਪ ਨੂੰ ਗੁਰੂ ਅਖਵਾਣ ਲੱਗ ਪਏ। ਭਾਈ ਮੱਖਣ ਸ਼ਾਹ ਜੀ ਲੁਬਾਣਾ ਜਿਨ੍ਹਾਂ ਦਾ ਜਹਾਜ਼ ਆਪ ਗੁਰਸੰਗਤ ਜੀ ਕੀ ਹੋਇਆ ਘੁੰਮਣ ਘੇਰੀ ਦੇ ਵਿੱਚ ਫਸਿਆ। ਪਰ ਜਦੋਂ ਮਹਾਰਾਜ ਜੀਆਂ ਦੇ ਅੱਗੇ ਬੇਨਤੀਆਂ ਕਰਨਾ ਕੀਤੀਆਂ ਤੇ ਮਹਾਰਾਜ ਨੇ ਮੋਢਾ ਦੇ ਕਰਕੇ ਰੱਖ ਲੈਣਾ ਕੀਤੀ ਸੀ। ਤਾਂ ਜਦੋਂ ਆਪ ਦਰਸ਼ਨ ਕਰਨਾ ਕੀਤੇ, ਦਰਸ਼ਨ ਕਰਕੇ ਨਿਹਾਲ ਹੋ ਗਏ, ਕਹਿਣ ਲੱਗੇ ਸੱਚਾ ਗੁਰੂ ਲਾਧੋ ਰੇ, ਗੁਰੂ ਲਾਧੋ ਰੇ।
घोड़े ऊपर आप कोठे ऊपर आप खड़े हो करके गल विच पल्ला पा करके कहना करदे ने गुरु लाधो रे, गुरु लाधो रे। जेड़े धीर मल वर्गे धीर मल्लीए सन ते होर बाई दंभी पखंडी सन, जिन्हां दे मन विच इह गल सी कि ਅਸੀਂ ਸੋਢ ਵੰਸ਼ ਦੇ ਵਿੱਚੋਂ ਹਾਂ ਤੇ ਉਹਨਾਂ ਨੂੰ ਉੱਥੋਂ ਭੱਜਣਾ ਪੈ ਗਿਆ, ਕਿਉਂਕਿ ਜਾਤ ਕੁਲ ਦਾ ਹੰਕਾਰ ਸੀ ਨਾ, ਇਸੇ ਕਰਕੇ ਅਧਿਕਾਰੀ ਨਹੀਂ ਬਣੇ। ਸੋ ਆਪ ਮਹਾਰਾਜ ਨੇ ਦੇਖਿਆ ਕਿ ਬਈ ਧੀਰ ਮੱਲ ਹੁਣ ਬੜਾ ਹੀ ਵੈਰ ਕਰਨਾ ਕਰ ਰਿਹਾ ਤੇ ਮਹਾਰਾਜ ਦੇ ਉੱਪਰ ਗੋਲੀਆਂ ਵੀ ਗੋਲੀ ਵੀ ਚਲਵਾਉਣਾ ਕੀਤੀ, ਪਰ ਗੋਲੀ ਜਿਹੜੀ ਸੀ ਉਹ ਮਹਾਰਾਜ ਦੀ ਦਸਤਾਰ ਦੇ ਕੋਲੋਂ ਦਸਤਾਰ ਨੂੰ ਛੂ ਕੇ ਲੰਘ ਗਈ। ਤਾਂ ਆਪ ਜੀਆਂ ਨੇ ਉਧਰੋਂ ਚੱਲਣਾ ਹੀ ਸਹੀ ਸਮਝਿਆ। ਚਲਦਿਆਂ ਚਲਦਿਆਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀਆਂ ਦੇ ਅਸਥਾਨਾਂ ਤੇ ਪਹੁੰਚਣਾ ਕੀਤੇ ਨੇ। ऐसा मुबारक स्थान है जदों महाराज पहले पातशाह जियां ने प्रचार फेरियां कीतियां सन, गुरसंगत जी 4 उदासियां करना कीतियां। तख्त श्री हरिमंदर जी पटना साहब जियां दे अस्थानां ते आप तिन्हां ने फेरे पाए। जो सालिस राय जौहरी सी उन्होंने भी आप महाराज ने तारना कीता सच दा उपदेश दे करके। बहुत सारे संताप इस धरती ने हडौना कीते। जिक्र आउंदा है कि ये धरती दे उत्ते 22 वारी हमले होए ने और ਇਹ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀਆਂ ਦੇ ਵਿੱਚ ਐਸੀਆਂ ਬਰਕਤਾਂ ਸਨ ਕਿ ਇਹ ਢਹਿ ਕਰਕੇ ਫੇਰ ਉੱਠ ਖਲੋਂਦੇ ਨੇ। ਔਰ 22 ਵੱਖ-ਵੱਖ ਨਾਮ ਸਨ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਦੇ ਆਉਣ ਤੋਂ ਪਹਿਲਾਂ। ਇੱਕ ਚੱਕਰਵਰਤੀ ਰਾਜਾ ਅਸ਼ੋਕ ਹੋਇਆ, ਜਿਹਨੂੰ ਚੱਕਰਵਰਤੀ ਕਿਹਾ ਜਾਂਦਾ। ਉਹਦੇ ਵੇਲੇ ਇਹਨਾਂ ਦਾ ਨਾਮ ਸੀ ਪਾਟਲੀ ਪੁੱਤਰ। ਪਰ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਦਾ ਆਗਮਨ ਹੋਇਆ ਤੇ ਉਦੋਂ ਗੁਰਸੰਗਤ ਜੀ ਨਾਮ ਸਨ ਪਟਨਾ ਸਾਹਿਬ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਦਾ ਆਉਣਾ ਐਸਾ ਸੀ ਕਿ ਇਸ ਸ਼ਹਿਰ ਦਾ नाम मुड़ के बदलिया ही नहीं। पटना साहब एक बारी रखिया गया तो मुड़ के नाम बदलिया ही नहीं और शहर की नुहार जड़ी सी बहुत बदल गई। बहुत सारे जीव महाराज कलगीधर पातशाह जियां दे दर्शन करने वास्ते आउणा कीते ने। जिन्हां जिन्हां नूं भी पता लग्या आप दर्शन करने वास्ते आए ने। महाराज नामे पातशाह साहिब श्री गुरु तेग बहादुर साहिब जी महाराज उन्हां समयां दौरान प्रचार फेरियां दे विच गए होए ने। आप असम बंगलादेश ढाके वर्गे स्थानां दे उत्ते जाना कर रहे ने। जदों महाराज आप विराजमान सन ते महाराज नूं खबर भी मिलना कीती कि आप जियां दे ग्रह विखे एक बड़े सूरबीर महाबली योधे इस संसार दे उत्ते आउणा कीते ने। तां महाराज ने बचन आखे ये जो महान भारी पुरख इस धरती दे उत्ते आए ने ना ते इन्हां वर्गा कोई नहीं होना ते इन्हां ने दुष्टां दा नाश करना है। तां इन्हां वर्गा कोई होना नहीं करेगा, ये दुष्टां दा नाश करना करनगे। महाराज कलगीधर पातशाह जियां ने
ਇਹ ਬਚਨ ਸਫਲ ਕਰਕੇ ਦਿਖਾਉਣਾ ਕੀਤੇ। 14 ਜੰਗਾਂ ਮੁਗਲਾਂ ਦੇ ਨਾਲ, 22 ਧਾਰ ਦੇ ਪਹਾੜੀ ਰਾਜਿਆਂ ਦੇ ਨਾਲ ਲੜਨਾ ਕੀਤੀਆਂ ਨੇ, ਔਰ ਹਰ ਇੱਕ ਜੰਗ ਦੇ ਵਿੱਚ ਮੁਗਲ ਫੌਜਾਂ ਨੂੰ ਹਾਰ ਸਹਿਣੀ ਪਈ ਹੈ, ਮੂੰਹ ਦੀ ਖਾਣੀ ਪਈ ਹੈ। ਤਾਂ ਉਧਰ ਹਜੇ ਮਹਾਰਾਜ ਜੀਆਂ ਦੀ ਆਰਬਲਾ ਬਹੁਤ ਘੱਟ ਸੀ, ਸੋ ਐਸੇ ਕਾਰਨ ਕਰਕੇ, ਆਰਬਲਾ ਘੱਟ ਹੋਣ ਕਰਕੇ ਹੁਣ ਪਿਆਰੇ ਮਹਾਰਾਜ ਜੀਆਂ ਦੇ ਭੀਖਣ ਸ਼ਾਹ ਜੀ ਦਰਸ਼ਨ ਕਰਨ ਵਾਸਤੇ ਆਉਣਾ ਕਰ ਰਹੇ ਨੇ। ਦਰਸ਼ਨ ਕਰਨ ਤੋਂ ਪਹਿਲਾਂ ਆਪ ਜੀਆਂ ਨੇ ਕਰਨਾ ਕੀ ਕੀਤਾ ਹੈ। ਦਰਸ਼ਨ ਕਰਨ ਤੋਂ ਪਹਿਲਾਂ ਗੁਰਸੰਗਤ ਜੀ, ਭਾਈ ਭੀਖਣ ਸ਼ਾਹ ਜੀ ਆਪਣੀ ਦਿਸ਼ਾ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਨਮਨ ਕਰਨਾ ਕਰਦੇ, ਨਮਸਕਾਰਾਂ ਕਰਨਾ ਕਰਦੇ ਨੇ। ਤਾਂ ਜਦੋਂ ਨਮਸਕਾਰ ਕਰਨਾ ਕੀਤੀ, ਕਲਗੀਧਰ ਪਾਤਸ਼ਾਹ ਜੀਆਂ ਦਾ ਆਗਮਨ ਹੋਇਆ ਤੇ ਉਸ ਦਿਸ਼ਾ ਵੱਲ ਜਿੱਧਰ ਪਹਿਲੇ ਆਪ ਨਮਸਕਾਰਾਂ ਕਰਨਾ ਕਰਦੇ ਸਨ, ਉਧਰ ਨਹੀਂ ਸੀ ਕੀਤਾ। ਜਿੱਧਰ ਕਲਗੀਧਰ ਪਾਤਸ਼ਾਹ ਜੀਆਂ ਦਾ ਆਗਮਨ ਹੋਇਆ, ਉਧਰ ਨਮਸਕਾਰ ਕਰਨਾ ਕਰ ਰਹੇ ਨੇ। ਤੇ ਚੇਲਿਆਂ ਨੇ ਪੁੱਛ ਲੈਣਾ ਕੀਤਾ ਕਿ ਆਪ ਜੀ ਅੱਜ ਦੂਜੀ ਦਿਸ਼ਾ ਦੇ ਵਿੱਚ ਨਮਸਕਾਰਾਂ ਕਰਨਾ ਕਰ ਰਹੇ ਹੋ। ਤੇ ਕਹਿਣ ਲੱਗੇ ਕਿ ਅੱਜ ਪਰਮੇਸ਼ਵਰ ਜੀਆਂ ਦੇ ਰੂਪ ਕਲਗੀਧਰ ਪਾਤਸ਼ਾਹ ਜੀ ਸਾਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀਆਂ ਦੇ ਅਸਥਾਨਾਂ ਤੇ ਆਪ ਅਵਤਰਿਤ ਹੋਏ ਨੇ। ਸੋ ਐਸੇ ਕਾਰਨ ਕਰਕੇ ਅੱਜ ਅਸੀਂ ਉਧਰ ਨਮਸਕਾਰਾਂ ਕਰਨਾ ਕੀਤੀਆਂ ਨੇ। ਹੁਣ ਪ੍ਰੇਮ ਦੀ ਖੇਡ ਬਣ ਗਈ ਸੀ, ਸੋ ਐਸੇ ਕਾਰਨ ਕਰਕੇ ਆਪ ਦਰਸ਼ਨਾਂ ਵਾਸਤੇ ਪੰਜਾਬ ਤੋਂ ਬਿਹਾਰ ਦੀ ਧਰਤੀ ਤੇ ਮਹਾਰਾਜ ਦੇ ਦਰਸ਼ਨਾਂ ਲਈ ਗਏ। ਨਾਲ 2 ਕੁੰਜੀਆਂ ਵੀ ਲੈ ਕਰਕੇ ਗਏ ਨੇ। ਗੁਰੂ ਮਹਾਰਾਜ ਜੀਆਂ ਦੇ ਸਿੱਖ ਉਹਨਾਂ ਸਮਿਆਂ ਦੌਰਾਨ ਆਏ ਤੇ ਜਦੋਂ ਪਤਾ ਲੱਗਿਆ ਕਿ ਕਲਗੀਧਰ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ, ਧੰਨ ਮਾਤਾ ਗੁਜਰ ਕੌਰ ਜੀਆਂ ਨੂੰ ਵੀ ਪਤਾ ਲੱਗਿਆ, ਪਰ ਕਹਿਣ ਲੱਗੇ ਕਿ ਹਜੇ ਤਾਂ ਇਹਨਾਂ ਦੇ ਪਿਤਾ ਜੀਆਂ ਨੇ ਦਰਸ਼ਨ ਨਹੀਂ ਕਰਨਾ ਕੀਤੇ, ਹੋਰਨਾਂ ਨੂੰ ਅਸੀਂ ਕਿੱਦਾਂ ਦਰਸ਼ਨ ਕਰਵਾ ਦਈਏ। ਤੇ ਨਾਲੇ ਵਿਚਾਰ ਸੀ ਕਿ ਔਰੰਗਜ਼ੇਬ ਜਿਹੜਾ ਹੈ ਉਹ ਗੁਰੂ ਘਰ ਦਾ ਬੜਾ ਵਿਰੋਧੀ ਹੈ, ਤਾਂ ਉਹ ਕਿਧਰੇ ਵਿਰੋਧ ਨਾ ਕਰਨਾ ਕਰੇ। ਐਸੇ ਕਾਰਨ ਕਰਕੇ ਦਰਸ਼ਨ ਪਹਿਲਾਂ ਨਹੀਂ ਸੀ ਕਰਵਾਏ ਗਏ। ਭਾਈ ਭੀਖਣ ਸ਼ਾਹ ਜੀ ਨੇ ਕਹਿ ਦੇਣਾ ਕੀਤਾ ਕਿ ਅਸੀਂ ਦਰਸ਼ਨ ਕੀਤੇ ਬਿਨਾਂ ਜਾਣਾ ਨਹੀਂ, ਆਪ ਉੱਥੇ ਹੀ ਬੈਠ ਗਏ। ਤਾਂ ਜਦੋਂ ਦਰਸ਼ਨ ਹੋਏ, ਮਹਾਰਾਜ ਪੰਘੂੜੇ ਦੇ ਵਿੱਚੋਂ ਸਨ, ਪੰਘੂੜੇ ਵਿੱਚੋਂ ਜਦੋਂ ਬਾਹਰ ਆਣਾ ਕੀਤੇ, 2 ਕੁੰਜੀਆਂ ਆਪ ਜੀਆਂ ਨੇ ਅੱਗੇ ਰੱਖ ਦੇਣਾ ਕੀਤੀਆਂ ਨੇ। ਮਹਾਰਾਜ ਨੇ ਦੋਵੇਂ ਕੁੰਜੀਆਂ ਦੇ ਉੱਪਰ ਆਪ ਹੱਥ ਰੱਖ ਦੇਣਾ ਕੀਤਾ, ਨਾਲੇ ਦੱਸ ਦੇਣਾ ਕੀਤਾ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭੇਜੇ ਹੋਏ ਹਾਂ, ਉਹਨਾਂ ਦੇ ਦਾਸ ਹਾਂ। ਅਸੀਂ ਦੋਵੇਂ ਧਰਮਾਂ ਨੂੰ ਬਰਾਬਰ ਲੈ ਕਰਕੇ ਚੱਲਣਾ ਕਰਾਂਗੇ। ਤੀਸਰਾ ਜੋ ਪੰਥ ਹੈ ਉਹ ਖਾਲਸਾ ਪੰਥ ਅਸੀਂ ਆਪ ਪ੍ਰਗਟ ਕਰਨਾ ਪਰਮੇਸ਼ਰ ਦੀ ਕਿਰਪਾ ਨਾਲ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਤਾਂ ਉਹ ਖਾਲਸਾ ਹੈ ਜਿਹੜਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਆਪ ਪ੍ਰਗਟ ਹੋਇਆ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। जब ऐ गए विप्रन की रीत, मैं न करो इनकी प्रतीत।
ਜਦੋਂ ਸਾਡਾ ਖਾਲਸਾ ਵਿਪਰਵਾਦੀ ਰੀਤਾਂ ਦੇ ਵਿੱਚ ਜਾਣਾ ਕਰੇਗਾ, ਵਹਿਮਾਂ ਭਰਮਾਂ ਦੇ ਵਿੱਚ ਪਖੰਡ ਵਾਲੇ ਕਰਮ ਕਰਨਾ ਕਰੇਗਾ, ਇਹ ਖਾਲਸੇ ਦੀ ਇਹਦੇ ਉੱਪਰ ਪ੍ਰਤੀਤ ਨਹੀਂ ਹੋਵੇਗੀ, ਸਾਡਾ ਵਿਸ਼ਵਾਸ ਨਹੀਂ ਹੋਵੇਗਾ। ਤਾਂ ਮਹਾਰਾਜ ਐਸੇ ਬਚਨ ਆਖਣ ਲੱਗੇ ਨੇ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ मेरो रूप है खास, खालसे मैं हो करो निवास, खालसा मेरो पिंड पुरान, खालसा मेरी जान की जान। तो महाराज कहते खालसा जिहड़ा है ना, ये साडा शरीर है। हुण सवाल पैदा होंदा खालसा किदां, खालसा बणीए किदां। पंज ककारी महाराज जियां दी वर्दी दा धारनी होवे, पहला नितनेम जियां दा धारनी होवे, अमृत वेले दा धारनी होवे, ऐसा खालसा होना चाहिए है। दूसरा कथनी ते करनी दा चंगा होना चाहिए, कथनी ते करनी दा पूरा होना चाहिए। ऐसा नहीं कि कथनी कुछ होर है करनी कुछ होर है, ऐसा नहीं होना चाहिए। तो महाराज कहते जिहड़ा कथनी करनी दा पूरा होवेगा, चंगा होवेगा, परोपकार करन वाला होवेगा, ये साडा खालसा है, ये खालसा सानू प्रवान है। गुरु दे बचना उपर चलण वाला होवेगा, वो खालसा है। महाराज ने गुरसंगत जी आप होर चोज अपने बचपन दे विच वरतौना कीते ने, अपने हाणियां दे नाल खेडण वास्ते भी महाराज जाना चाहते ने। एक पंडित शिवदत्त जी भी सन, जिहड़े कृष्ण जियां दे उपासक सन, ते महाराज कलगीधर पातशाह जियां ने उन्हां दे रूप विच ही उन्हां नूं दर्शन दे करके निहाल करना कीता है। ऐसे कलगीधर पातशाह जी, उधर महाराज नवें पातशाह जी कलगीधर पातशाह जियां दे दर्शनां वास्ते आए ने। इतिहास च जिक्र रहुंदा है 3 साल जां कह लईए वाहिगुरू वध तो वध 5 सालां बाद महाराज नवें पातशाह जियां ने कलगीधर पातशाह जियां दा मुख देखना कीता सी। तां आगाह चलदियां महाराज नवें पातशाह जियां ने श्री आनंदपुर साहब जियां दे अस्थानां दी उसारी करवाउणा कीती। पहला नाम चक नानकी रखना कीते सन। महाराज नवें पातशाह जी ने कलगीधर पातशाह जियां नूं परिवार समेत उधर बुला लेना कीता। तख्त श्री हरमंदर जी पटना साहब अगाह चल उधरों चलदियां होया श्री आनंदपुर साहब जियां दे अस्थानां ते आउणा कीते। आ करके सब तो वडमुल्ला सब तो वड्डा कारज जिहड़ा सी ओ पंथ खालसे दी साजना कीती। महाराज नवें पातशाह जियां ने शहीद शहादत देनी परवान कर लई, पर नहीं परवान कीता। मुगलों दी हीन नहीं सी मनना कीती। धर्म हेत साका जिन किया शीस दिया, पर सिरड़ न दिया। साधन हेत इति जिन करी शीस दिया, पर सी न उचरी। ता ऐसे महाराज 10वें पातशाह जियां ने जबर ते जुल्म विरुद्ध सिखां नूं खड़ा करन वास्ते पंथ खालसे दी साजना 1699 ईस्वी नूं विसाखी वाले दिन करना कीती। सुंदर दीवान सजिया। पहला श्री आसा जी दी वार दे कीर्तन होए ते फिर महाराज कहण लगे कि सानू एक सिख दी सीस दी जरूरत है। वड्डी श्री साहब लै करके महाराज आउणा कीते ने।
ਪਹਿਲੀ ਵਾਰ ਕਹਿਣਾ ਕੀਤਾ ਤੇ ਉਦੋਂ ਗੁਰਸੰਗਤ ਜੀ ਕੋਈ ਨਹੀਂ ਸੀ ਉੱਠਿਆ। ਦੂਸਰੀ ਵਾਰ ਕਹਿਣਾ ਕੀਤਾ ਫਿਰ ਵੀ ਕੋਈ ਨਹੀਂ ਸੀ ਉੱਠੇ। ਤੀਜੀ ਵਾਰ ਜਦੋਂ ਕਹਿਣਾ ਕੀਤਾ ਤਾਂ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਉੱਠਣਾ ਕੀਤੇ ਨੇ। ਤਾਂ ਉੱਠੇ ਤੇ ਆ ਕਰਕੇ ਮਹਾਰਾਜ ਨੂੰ ਕਹਿ ਦੇਣਾ ਕੀਤਾ, ਮਹਾਰਾਜ ਸਾਡਾ ਸੀਸ ਆਪ ਜੀਆਂ ਦੀਆਂ ਸੇਵਾਵਾਂ ਵਿੱਚ ਹਾਜ਼ਰ ਹੈ। ਮਹਾਰਾਜ ਤੰਬੂ ਦੇ ਵਿੱਚ ਲੈ ਕਰਕੇ ਗਏ ਨੇ। ਤੰਬੂ ਦੇ ਵਿੱਚ ਲਿਜਾ ਕਰਕੇ ਆਪ ਜੀਆਂ ਦਾ ਸੀਸ ਜਿਹੜਾ ਸੀ ਉਹ ਧੜ ਨਾਲੋਂ ਅਲੱਗਾ ਕਰਨਾ ਕੀਤਾ। ਹੁਣ ਹਰ ਕੋਈ ਮਹਾਰਾਜ ਦੀ ਗੱਤ ਨੂੰ ਜਾਣ ਨਹੀਂ ਸਕਦਾ। ਕਈਆਂ ਨੇ ਉਥੋਂ ਦੀਵਾਨਾਂ ਵਿੱਚੋਂ ਉੱਠ ਕੇ ਜਾਣਾ ਹੀ ਚੰਗਾ ਸਮਝਿਆ। ਅੱਧੇ ਤੋਂ ਜ਼ਿਆਦਾ ਪੰਡਾਲ ਜਿਹੜਾ ਸੀ ਮਹਾਰਾਜ ਦਾ ਉਦੋਂ ਖਾਲੀ ਹੋ ਗਿਆ। ਤੇ ਕੁਝ ਨੇ ਕਹਿ ਦਿੱਤਾ ਧੰਨ ਮਾਤਾ ਗੁਜਰ ਕੌਰ ਜੀਆਂ ਨੂੰ ਕਿ ਮਾਤਾ ਜੀ ਇਹ ਕਰਨਾ ਕੀ ਕਰ ਰਹੇ ਨੇ ਕਲਗੀਧਰ ਪਾਤਸ਼ਾਹ ਜੀ। ਤਾਂ ਜਦੋਂ ਆਪ ਆਖ ਦੇਣਾ ਕੀਤਾ ਇਹ ਕਲਗੀਧਰ ਪਾਤਸ਼ਾਹ ਜੀਆਂ ਦਾ ਚੋਜ ਹੈ, ਉਹਨਾਂ ਨੇ ਪੰਥ ਖਾਲਸੇ ਨੂੰ ਸਾਜਣਾ ਹੈ ਤਾਂ ਉਹਨਾਂ ਦੇ ਚੋਜ ਹੋਈ ਜਾਣਦੇ। ਗੁਰੂ ਦੇ ਚੋਜ ਵੀ ਬੜੇ ਨਿਆਰੇ ਹੋਇਆ ਕਰਦੇ ਨੇ। ਸਾਡੇ ਵਰਗੇ ਤੁਹਾਡੇ ਵਰਗੇ ਕੋਈ ਗੁਰਸੰਗਤ ਦੀ ਸਮਝ ਨਹੀਂ ਸਕਦਾ। ਆਪ ਦੂਜੀ ਵਾਰ ਤੰਬੂ ਤੋਂ ਬਾਹਰ ਆਏ ਤੇ ਉਦੋਂ ਗੁਰਸੰਗਤ ਜੀ ਫਿਰ ਤੋਂ ਆਪ ਜੀਆਂ ਨੇ ਇੱਕ ਸੀਸ ਦੀ ਮੰਗ ਕਰਨਾ ਕੀਤੀ। ਤਾਂ ਪਿਆਰੇ ਭਾਈ ਧਰਮ ਸਿੰਘ ਜੀ ਅੱਗੇ ਆਏ। ਇੱਥੇ ਵਿਸ਼ਵਾਸ ਦੀ ਪਰਖ ਸੀ ਕਿ ਕਿਹੜਾ ਸਿੱਖ ਜਿਹੜਾ ਹੈ ਗੁਰੂ ਮਹਾਰਾਜ ਜੀਆਂ ਦੇ ਉੱਪਰ ਵਿਸ਼ਵਾਸ ਕਰ ਸਕਦਾ ਹੈ, ਕਿਹੜਾ ਵਿਸ਼ਵਾਸ ਕਰਦਾ ਹੈ। ਬਈ ਜਿਹੜਾ ਗੁਰੂ ਸੀਸ ਵੀ ਮੰਗ ਲੈਣਾ ਕਰੇ ਤਾਂ ਫਿਰ ਦੇ ਦੇਣਾ ਚਾਹੀਦਾ ਹੈ। ਜਦੋਂ ਪੰਜ ਪਿਆਰੇ ਗੁਰਸੰਗਤ ਜੀ ਖੰਡੇ ਦੀ ਪੌਲ ਛਕਾਉਣਾ ਕਰਦੇ ਨੇ ਨਾ, ਇਹ ਗੱਲ ਕਹਿ ਦੇਣਾ ਕਰਦੇ ਨੇ, ਪਿਆਰਿਆ ਅੱਜ ਤੋਂ ਤੇਰਾ ਸੀਸ ਵੀ ਜਿਹੜਾ ਹੈ ਨਾ ਉਹ ਗੁਰੂ ਦਾ ਹੈ। ਜਦੋਂ ਭੀੜ ਬਣੇ ਪੰਥ ਦੇ ਉੱਪਰ ਸੀਸ ਦੇਣ ਦੀ ਗੱਲ ਆਵੇ ਤੇ ਉਦੋਂ ਤੈਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਹੁਣ ਅੱਜ ਅਸੀਂ ਡਰਦੇ ਹਾਂ ਸੀਸ ਦੇਣ ਤੋਂ। ਕਾਰਨ ਕੀ ਹੈ? ਨਾ ਨਿਤਨੇਮ ਰਿਹਾ, ਨਾ ਅੰਮ੍ਰਿਤ ਵੇਲਾ ਰਿਹਾ ਤੇ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹੀ ਨਹੀਂ ਨੇ। ਤੇ ਫਿਰ ਗੁਰਸੰਗਤ ਜੀ ਫਿਰ ਸੀਸ ਦੇਣਾ ਤੇ ਬਹੁਤ ਦੂਰ ਦੀ ਗੱਲ ਹੈ। ਅਸੀਂ ਮਹਾਰਾਜ ਦੇ ਪਿਆਰਿਆਂ ਦਾ ਅੱਧਾ ਹਿੱਸਾ ਵੀ ਨਹੀਂ ਹੋ ਸਕਦੇ। ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀਆਂ ਤੋਂ ਬਾਅਦ ਆਪ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ ਭਾਈ ਮੋਹਕਮ ਸਿੰਘ ਜੀਆਂ ਨੇ ਵੀ ਆਪਣੇ ਸੀਸ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੂੰ ਦੇਣਾ ਕੀਤੇ ਨੇ। ਜਦੋਂ ਦਿੱਤੇ ਨੇ ਤੇ ਉਦੋਂ ਹੀ ਗੁਰਸੰਗਤ ਜੀ ਮਹਾਰਾਜ ਜਦੋਂ ਤੰਬੂ ਤੋਂ ਬਾਹਰ ਆਏ ਨੇ ਤਾਂ ਸਾਰਿਆਂ ਦੀ ਹੈਰਾਨੀ ਦੀ ਹੱਦ ਨਹੀਂ ਰਹੀ। ਜਿਹੜੇ ਪੰਜ ਸਿੰਘਾਂ ਦੇ ਮਹਾਰਾਜ ਨੇ ਸੀਸ ਮੰਗੇ ਸਨ, ਉਹ ਸੀਸ ਉਹ ਮਹਾਰਾਜ ਦੇ ਸਿੰਘ ਸਾਬਤ ਸੂਰਤ ਨਾਲ ਹੀ ਬਾਹਰ ਆ ਗਏ ਸਨ। ਖੰਡੇ ਦੀ ਪੌਲ ਅੰਮ੍ਰਿਤ ਦੀ ਦਾਤ ਆਪ ਜੀਆਂ ਨੇ ਛਕਾਉਣਾ ਕੀਤੀ। ਤਾਂ ਐਸੇ ਸਤਿਗੁਰ ਮੇਰਾ ਮਾਰਗ ਵਾਲੇ, ਸਤਿਗੁਰ ਮੇਰਾ ਸਦ ਪ੍ਰਤਿਪਾਲੈ। ਭਾਵ ਉਹ ਗੁਰੂ ਐਸਾ ਹੈ ਜਿਹੜਾ ਮਾਰ ਕੇ ਵੀ ਭਾਵ ਉਹ ਜਿਵਾ ਦਿਆ ਕਰਦਾ, ਪ੍ਰਾਣਾਂ ਦੇ ਦਾਨ ਦੇ ਦੇਣਾ ਕਰਦੇ ਨੇ। ਗੱਲ ਤੇ ਸਿਰਫ ਵਿਸ਼ਵਾਸ ਦੀ ਹੈ। ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਮਹਾਰਾਜ ਜੀਆਂ ਦੇ ਉੱਪਰ, ਉਹ ਪੰਡਾਲ ਛੱਡ ਕੇ ਭੱਜ ਗਏ। ਪਰ ਜਿਨ੍ਹਾਂ ਨੂੰ ਵਿਸ਼ਵਾਸ ਸੀ ਤੇ ਉਹ ਗੁਰਸੰਗਤ ਜੀ ਆਪ ਦੀਵਾਨਾਂ ਵਿੱਚ ਬੈਠੇ ਰਹੇ।
ਪਹਿਲਾਂ ਮਹਾਰਾਜ ਜੀਆਂ ਨੇ ਪੰਜਾਂ ਪਿਆਰਿਆਂ ਜੀਆਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਨਾ, ਪਹਿਲਾਂ 5 ਸਿੰਘਾਂ ਨੂੰ ਦਿੱਤੀ, ਤੇ ਫੇਰ ਗੁਰਸੰਗਤ ਜੀ 5 ਹੋਰ ਸਿੰਘ ਸਨ ਜਿਨ੍ਹਾਂ ਨੂੰ ਮਹਾਰਾਜ ਨੇ ਫਿਰ ਖੰਡੇ ਦੀ ਪੌਲ ਛਕਾਉਣਾ ਕੀਤੀ। ਜਿਨ੍ਹਾਂ ਨੂੰ ਪਹਿਲਾਂ ਦਾਤ ਦਿੱਤੀ ਗਈ, ਉਹ ਦਾਤ ਉਹਨਾਂ ਨੂੰ ਅਸੀਂ 5 ਪਿਆਰੇ ਕਹਿੰਦੇ ਆ, ਤੇ ਜਿਨ੍ਹਾਂ ਨੂੰ ਬਾਅਦ ਵਿੱਚ 5 ਨੂੰ ਫਿਰ ਦਾਤ ਦਿੱਤੀ ਉਹਨਾਂ ਨੂੰ 5 ਮੁਕਤੇ ਵੀ ਆਖਿਆ ਜਾਂਦਾ ਹੈ। ਇੱਕ 40 ਮੁਕਤੇ ਨੇ ਜਿਨ੍ਹਾਂ ਨੇ ਮਹਾਰਾਜ ਜੀਆਂ ਦੇ ਜੰਗ ਦੇ ਵਿੱਚ ਸਹਾਇਤਾ ਕਰਦਿਆਂ ਹੋਇਆਂ ਸ਼ਹੀਦੀਆਂ ਪਾਉਣਾ ਕੀਤੀਆਂ ਨੇ, ਤੇ ਇੱਕ ਮੁਕਤੇ ਉਹ ਨੇ ਜਿਨ੍ਹਾਂ ਨੇ 5 ਪਿਆਰਿਆਂ ਜੀਆਂ ਤੋਂ ਬਾਅਦ ਅੰਮ੍ਰਿਤ ਦੀ ਦਾਤ ਖੰਡੇ ਦੀ ਪੌਲ ਛਕਣਾ ਕੀਤੀ। ਤਾਂ ਫੇਰ ਸੰਗਤਾਂ ਕਹਿਣ ਲੱਗੀਆਂ, ਮਹਾਰਾਜ ਹੁਣ ਤਾਂ ਸਾਡੇ ਹੱਥੋਂ ਮੌਕਾ ਨਿਕਲ ਗਿਆ, ਅਸੀਂ ਖੰਡੇ ਦੀ ਪੌਲ ਨਹੀਂ ਛਕ ਸਕੇ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਪਹਿਲਾ ਮੌਕਾ ਨਿਕਲਿਆ ਨਾ ਤੇ ਦੂਜਾ ਮੌਕਾ ਨਾ ਗਵਾਇਆ ਜੇ। ਅਜੇ ਪਹਿਲਾਂ ਨਹੀਂ ਛਕਿਆ ਅੰਮ੍ਰਿਤ ਤੇ ਹੁਣ ਛਕ ਲਓ। ਤਾਂ ਜਿਹੜੇ ਪੰਡਾਲ ਦੇ ਵਿੱਚ ਜਿੰਨੀ ਵੀ ਸੰਗਤ ਬੈਠੀ ਸੀ ਗੁਰਸੰਗਤ ਦੀ, ਸਾਰਿਆਂ ਨੂੰ ਗੁਰੂ ਮਹਾਰਾਜ ਜੀਆਂ ਦੇ ਹੁਕਮਾਂ ਦੇ ਨਾਲ ਖੰਡੇ ਦੀ ਪੌਲ ਅੰਮ੍ਰਿਤ ਦੀ ਦਾਤ ਛਕਾਈ ਗਈ। ਸਾਰਿਆਂ ਨੇ ਅੰਮ੍ਰਿਤ ਛਕਿਆ। ਮਹਾਰਾਜ ਜੀਆਂ ਦੇ ਲਾਲ ਧੰਨ ਮਾਤਾ ਗੁਜਰ ਕੌਰ ਜੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨਾ ਕੀਤੀ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਖਣ ਲੱਗੇ, ਪਿਆਰੇ ਸਿੰਘੋ ਤੁਸੀਂ ਅੰਮ੍ਰਿਤ ਦੀ ਦਾਤ ਸਾਨੂੰ ਤੁਸੀਂ ਅੰਮ੍ਰਿਤ ਦੀ ਦਾਤ ਛਕਣਾ ਕੀਤੀ ਹੈ, ਹੁਣ ਸਾਡੇ ਤੇ ਵੀ ਤਰਸ ਕਰੋ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਖੰਡੇ ਦੀ ਪੌਲ ਦੀ ਦਾਤ ਦੇ ਦੇਣਾ ਕਰੋ। ਤਾਂ ਜਦੋਂ ਐਸੀ ਦਾਤ ਮਹਾਰਾਜ ਨੇ ਮੰਗਣਾ ਕੀਤੀ, ਆਪ 5 ਪਿਆਰਿਆਂ ਤੋਂ ਫਿਰ ਖੰਡੇ ਦੀ ਪੌਲ ਛਕਣਾ ਕੀਤੀ। ਤਾਂ ਕਹਿਣ ਲੱਗੇ ਕਿ ਸੀਸ ਅਸੀਂ ਮਹਾਰਾਜ ਦੇ ਕਰਕੇ ਖੰਡੇ ਦੀ ਪੌਲ ਛਕਣਾ ਕੀਤੀ ਹੈ, ਤੇ ਆਪ ਜੀ ਮਹਾਰਾਜ ਕਹਿਣ ਲੱਗੇ ਸਮਾਂ ਆਵੇਗਾ ਅਸੀਂ ਇਸ ਪੰਥ ਖਾਲਸੇ ਦੇ ਲਈ ਆਪਣਾ ਸਾਰਾ ਸਰਬੰਸ ਵਾਰ ਦੇਣਾ ਕਰਾਂਗੇ। ਇਸ ਖੰਡੇ ਦੀ ਪੌਲ ਵਾਸਤੇ ਅਸੀਂ ਸਾਰਾ ਸਰਬੰਸ ਵਾਰ ਦੇਣਾ ਕਰਾਂਗੇ। ਤਾਂ ਐਸੇ ਅੰਮ੍ਰਿਤ ਵਾਸਤੇ ਮਹਾਰਾਜ ਨੇ ਆਪਣੇ ਸਾਰੇ ਲਾਲ ਪਿਤਾ ਜੀ ਮਾਤਾ ਜੀ ਸਮੁੱਚੇ ਸਰਬੰਸ ਜੀਆਂ ਨੂੰ ਇੱਥੋਂ ਤੱਕ ਕਿ ਆਪਣੇ ਆਪ ਨੂੰ ਵੀ ਵਾਰ ਦੇਣਾ ਕੀਤਾ। ਮਹਾਰਾਜ ਨੇ ਆਖ ਦੇਣਾ ਕੀਤਾ, ਜਿਹੜਾ ਸਾਡਾ ਪੰਥ ਖਾਲਸਾ ਹੈ ਨਾ, ਇਹ ਖਾਲਸਾ ਪੰਥ ਸਾਡਾ 4 ਬੱਜਰ ਕੁਰੈਤਾ ਨਾ ਕਰਨਾ ਕਰੇ। ਪਹਿਲਾ ਕੇਸਾਂ ਦੀ ਬੇਅਦਬੀ ਨਾ ਕਰਨਾ ਕਰੇ, ਦੂਜਾ ਤੰਬਾਕੂ ਨਾ ਛਕਣਾ ਕਰੇ, ਪਰ ਇਸਤਰੀ ਨਾਰੀ ਪੁਰਖ ਦਾ ਗਮਨ ਨਾ ਕਰਨਾ ਕਰੇ, ਕੁੱਠਾ ਮਾਸ ਨਾ ਖਾਣਾ ਕਰੇ। ਤਾਂ ਇਹ 4 ਬੱਜਰ ਕੁਰੈਤਾਂ ਤੋਂ ਸਾਡਾ ਜਿਹੜਾ ਪੰਥ ਖਾਲਸਾ ਹੈ ਉਹ ਦੂਰ ਰਹਿਣਾ ਕਰੇ। ਇੱਕ ਹੋਰ ਗੱਲ ਗੁਰਸੰਗਤ ਜੀ ਮਹਾਰਾਜ ਨੇ ਕਹਿ ਦੇਣਾ ਕੀਤੀ, ਸਾਡਾ ਜਿਹੜਾ ਪੰਥ ਖਾਲਸਾ ਹੈ ਨਾ, ਉਹ ਧਾਗੇ ਤਵੀਤਾਂ ਨੂੰ ਨਾ ਬੰਨਣਾ ਕਰੇ, ਨਾ ਮੰਨਣਾ ਕਰੇ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਇੱਕ ਵਾਰ ਘੋੜੇ ਦੇ ਉੱਪਰ ਬਿਰਾਜਮਾਨ ਹੋ ਰਹੇ ਸਨ, ਤੇ ਮਹਾਰਾਜ ਦੀ ਮਿਆਨ ਦੇ ਵਿੱਚੋਂ ਜਿਹੜੀ ਵੱਡੀ ਸ੍ਰੀ ਸਾਹਿਬ ਸੀ ਉਹ ਇੱਕ ਵਾਰੀ ਬਾਹਰ ਆਉਣ ਲੱਗ ਗਈ, ਤੇ ਕਹਿਣ ਲੱਗੇ ਕਿ ਇਹ ਖੰਡੇ ਦੀ ਪੌਲ ਛਕਾਉਣ ਤੋਂ ਪਹਿਲਾਂ ਦੀ ਗੱਲ ਹੈ। ਸਮਝਾਉਣਾ ਸੀ ਮਹਾਰਾਜ ਜੀਆਂ ਨੇ, ਜਦੋਂ ਪਿਆਰਿਆਂ ਨੂੰ ਆਪ ਜੀਆਂ ਨੇ ਖੰਡੇ ਦੀ ਪੌਲ ਨਹੀਂ ਸੀ ਛਕਾਉਣਾ ਕੀਤੀ, ਤੇ ਉਦੋਂ ਗੁਰਸੰਗਤ ਜੀ ਉਦੋਂ ਦਾ ਇਹ ਬਿਰਤਾਂਤ ਹੈ, ਸਾਖੀ ਹੈ, ਇਤਿਹਾਸ ਹੈ ਕਿ ਜਦੋਂ ਵੱਡੀ ਸ੍ਰੀ ਸਾਹਿਬ ਬਾਹਰ ਆਉਣਾ ਕਰ ਰਹੀ ਹੈ, ਤੇ ਮਹਾਰਾਜ ਨੇ ਕਿਹਾ ਕੋਈ ਸਾਨੂੰ ਧਾਗਾ ਦੇ ਦਿਓ ਜਿਹਦੇ ਨਾਲ ਅਸੀਂ ਆਪਣੀ ਸ੍ਰੀ ਸਾਹਿਬ ਸੰਭਾਲ ਲਈਏ। ਬਹੁਤਿਆਂ ਨੂੰ ਆਖਿਆ ਗਿਆ, ਕਿਸੇ ਕੋਲੋਂ ਧਾਗਾ ਨਹੀਂ ਮਿਲਿਆ। ਪਿਆਰੇ
ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਉਦੋਂ ਮਹਾਰਾਜ ਨੇ ਖੰਡੇ ਦੀ ਪੌਲ ਕਿਸੇ ਨੂੰ ਵੀ ਨਹੀਂ ਸੀ ਛਕਾਈ, ਤਿੰਨਾਂ ਨੇ ਆਪਣੇ ਗਲ ਦੇ ਵਿੱਚੋਂ ਉਹ ਧਾਗਾ ਉਤਾਰ ਕਰਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੂੰ ਦੇ ਦੇਣਾ ਕੀਤਾ ਹੈ। ਤੇ ਮਹਾਰਾਜ ਨੇ ਧਾਗੇ ਦੇ ਨਾਲ ਉਹ ਵੱਡੀ ਸ੍ਰੀ ਸਾਹਿਬ ਆਪਣੀ ਸੰਭਾਲ ਲੈਣਾ ਕੀਤੀ ਤੇ ਸਮਾਂ ਬਤੀਤ ਹੋਇਆ। ਕੁਝ ਮਹਾਰਾਜ ਜੀਆਂ ਦੇ ਸਿੰਘਾਂ ਨੇ ਆਖ ਦੇਣਾ ਕੀਤਾ, ਪਿਆਰਿਓ ਹੁਣ ਮਹਾਰਾਜ ਜੀਆਂ ਤੋਂ ਧਾਗਾ ਜਿਹੜਾ ਉਹ ਮੰਗ ਲੈਣਾ ਕਰੋ। ਹੁਣ ਉਹ ਧਾਗਾ ਜੋ ਹੈ ਉਹ ਆਪ ਮੰਗ ਲੈਣਾ ਕਰਿਆ ਜੇ। ਪਰ ਗੁਰਸੰਗਤ ਜੀ ਮਹਾਰਾਜ ਦੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਨਹੀਂ ਮੰਗਣਾ ਕੀਤਾ। ਸਮਾਂ ਪਾ ਕਰਕੇ ਸਿੱਖਾਂ ਨੇ ਮਹਾਰਾਜ ਜੀਆਂ ਨੂੰ ਵੀ ਕਹਿਣਾ ਕੀਤਾ ਕਿ ਮਹਾਰਾਜ ਆਪ ਜੀਆਂ ਨੇ ਧਾਗਾ ਤਿਨਾਂ ਦੇ ਕੋਲੋਂ ਮੰਗਣਾ ਕੀਤਾ ਸੀ, ਹੁਣ ਆਪ ਦੇ ਦੇਣਾ ਕਰਿਆ ਜੇ ਜਾਂ ਆਪ ਮੰਗ ਲੈਣਾ ਕਰਿਆ, ਆਪ ਕਹਿ ਦੇਣਾ ਕਰਿਆ ਜੇ ਕਿ ਧਾਗਾ ਲੈ ਲੈਣਾ ਕਰੋ। ਪਰ ਗੁਰਸੰਗਤ ਜੀ ਆਪ ਕਹਿ ਵੀ ਦੇਣਾ ਕਰ ਰਹੇ ਸਨ ਮਹਾਰਾਜ ਦੇ ਸਿੱਖ ਕਿ ਆਪ ਪਿਆਰਿਆਂ ਤੋਂ ਨੂੰ ਪਿਆਰਿਆਂ ਨੂੰ ਬੁਲਾ ਕਰਕੇ ਧਾਗਾ ਜੋ ਹੈ ਦੇ ਦੇਣਾ ਕਰਿਆ ਜੇ। ਪਰ ਮਹਾਰਾਜ ਦੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਧਾਗਾ ਜਿਹੜਾ ਸੀ ਉਹ ਪਾਉਣ ਤੋਂ ਇਨਕਾਰੀ ਹੋ ਗਏ। ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੇ ਪੁੱਛਣਾ ਕੀਤਾ, ਕੋਲ ਵੀ ਬੁਲਾਇਆ, ਸਿੰਘਾਂ ਨੇ ਫਿਰ ਵੀ ਕਿਹਾ ਕਿ ਬਈ ਮਹਾਰਾਜ ਆਪ ਮੰਗ ਲੈਣਾ ਕਰਿਆ ਜੇ, ਵਾਹਿਗੁਰੂ ਆਪ ਧਾਗਾ ਦੇ ਦੇਣਾ ਕਰਿਆ ਜੇ ਤਿੰਨਾਂ ਨੂੰ ਬੁਲਾ ਕਰਕੇ। ਤਾਂ ਉਦੋਂ ਗੁਰਸੰਗਤ ਜੀ ਫਿਰ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਮਨਾਈ ਕਰ ਦੇਣਾ ਕੀਤੀ। ਫਿਰ ਮਹਾਰਾਜ ਨੇ ਆਪ ਜਦੋਂ ਬੁਲਾਇਆ ਤੇ ਕਹਿਣ ਲੱਗੇ ਕਿ ਅਸੀਂ ਵੀ ਜਾਣਨਾ ਕਰੀਏ ਕਿ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਿਹੜੇ ਗਿਆਨ ਕਰਕੇ ਮਨਾ ਕਰਨਾ ਕਰ ਰਹੇ ਨੇ। ਤਾਂ ਬੁਲਾਇਆ ਤੇ ਜਦੋਂ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਆਉਣਾ ਕੀਤੇ ਨੇ, ਆਖਣ ਲੱਗੇ ਮਹਾਰਾਜ ਕਿ ਪਿਆਰਿਓ ਆਪ ਜੀ ਧਾਗਾ ਕਿਉਂ ਨਹੀਂ ਲੈਣਾ ਕਰ ਰਹੇ, ਕਿਉਂ ਨਹੀਂ ਪਾਣਾ ਕਰ ਰਹੇ। ਕਹਿਣ ਲੱਗੇ ਮਹਾਰਾਜ ਆਪ ਜੀਆਂ ਨੇ ਪਹਿਲੇ ਜਾਮੇ ਦੇ ਵਿੱਚ ਤਾਂ ਆਖਣਾ ਕੀਤਾ ਸੀ ਕਿ ਧਾਗਾ ਜਿਹੜਾ ਜਨੇਊ ਹੈ ਉਹ ਵਾਲਾ ਪਾਉਣਾ ਹੈ, ਜਿਹੜਾ ਨਾ ਤੇ ਜਿਹਨੂੰ ਅੱਗ ਸਾੜ ਸਕਦੀ ਹੈ, ਜਿਹਨੂੰ ਨਾ ਜਲ ਡੋਬ ਸਕਦਾ ਹੈ ਤੇ ਨਾ ਜਿਹੜਾ ਟੁੱਟ ਸਕਦਾ ਤੇ ਨਾ ਹੀ ਜਿਹੜਾ ਮੈਲਾ ਹੋ ਸਕਦਾ ਹੈ। ਤਾਂ ਫਿਰ ਐਸਾ ਇਹ ਧਾਗਾ ਤੇ ਹੈ ਨਹੀਂ ਹੈ, ਤਾਂ ਇਸ ਧਾਗੇ ਨੂੰ ਆਪਾਂ ਕਿੱਦਾਂ ਪਾਣਾ ਕਰੀਏ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀਅ ਕਾ ਹੈ ਤਾਂ ਪਾਂਡੇ ਘਤ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ, ਧਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ। ਤਾਂ ਆਪ ਮਹਾਰਾਜ ਅਸੀਂ ਇਹ ਧਾਗਾ ਕਿੱਦਾਂ ਪਾ ਸਕਦੇ ਹਾਂ। ਤਾਂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਸਾਡਾ ਜਿਹੜਾ ਖਾਲਸਾ ਹੈ ਨਾ, ਉਹ ਖਾਲਸਾ ਧਾਗੇ ਤਵੀਤਾਂ ਦਾ ਪੁਜਾਰੀ ਨਹੀਂ ਹੋਣਾ ਚਾਹੀਦਾ। ਬੜੇ ਅਫਸੋਸ ਦੀ ਗੱਲ ਹੈ ਗੁਰਸੰਗਤ ਜੀ, ਅੱਜ ਕੱਲ ਅਸੀਂ ਸਾਰੇ ਧਾਗੇ ਬੰਨ੍ਹਦੇ ਹਾਂ। ਇੰਨਾ ਵੀ ਦੇਖਣ ਵਿੱਚ ਆਇਆ ਕਿ ਕੋਈ ਧਾਗਾ ਜਿਹੜਾ ਬੰਨ੍ਹਦਾ ਉਹ ਆਪਣੇ ਪੈਰਾਂ ਦੇ ਨਾਲ ਬੰਨ੍ਹ ਦੇਣਾ ਕਰਦਾ ਹੈ। ਤਾਂ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਇੱਕ ਵਾਰੀ ਕਹਿਣਾ ਕਰ ਰਹੇ ਸਨ ਕਿ ਇਹਦੇ ਨਾਲ ਆਪਣੇ ਮਾਨਸਿਕ ਸੰਤੁਲਨ ਦੇ ਉੱਤੇ ਵੀ ਬੜਾ ਅਸਰ ਹੋਇਆ ਕਰਦਾ ਹੈ। ਤਾਂ ਕਈ ਗੁਰਸੰਗਤ ਜੀ ਮਹਾਰਾਜ ਜੀਆਂ ਦੇ ਪੀੜਾ ਸਾਹਿਬ ਜੀ ਦੇ ਨਾਲ ਵੀ ਧਾਗੇ ਬੰਨ ਦੇਣਾ ਕਰਦੇ ਨੇ, ਪਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਯੋਗ ਨਹੀਂ ਹੈ। ਕਾਹੂ ਲੈ ਪਾਹਨ ਪੂਜ ਧਰਿਓ, ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਤ ਹੈ ਪਸ, ਕੋ ਮ੍ਰਿਤਾਨ ਕੋ ਪੂਜਨ ਧਾਇਓ, ਕੋਰ ਕਿਰਿਆ ਉਰਜਿਓ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਮਹਾਰਾਜ ਕਹਿੰਦੇ ਕੋਈ ਧਾਗੇ ਤਵੀਤ ਵੀ ਬੰਨਦਾ ਫਿਰੇ, ਇਹ
ਝੂਠੀ ਕਿਰਿਆ ਦੇ ਵਿੱਚ ਹੀ ਆਪ ਫਸੇ ਫਿਰਦੇ ਨੇ। ਇਹਦੇ ਨਾਲ ਮੁਕਤੀ ਨਹੀਂ ਹੋਣੀ, ਇਹਦੇ ਨਾਲ ਰੋਗ ਨਹੀਂ ਜਾਣਾ ਕਰਨਾ। ਮਹਾਰਾਜ ਕਹਿੰਦੇ ਜਿਹੜਾ ਸਾਡਾ ਖਾਲਸਾ ਹੈ ਉਹ ਧਾਗੇ ਤਵੀਤਾਂ ਤੋਂ ਦੂਰ ਰਹਿਣਾ ਕਰੇ। ਤਾਂ ਗੁਰਸੰਗਤ ਜੀ ਮਹਾਰਾਜ ਜੀਆਂ ਦੇ ਖੁਸ਼ੀਆਂ ਦੇ ਬਖਸ਼ਿਸ਼ਾਂ ਦੇ ਪਾਤਰ ਅਸੀਂ ਤਾਂ ਹੀ ਬਣ ਸਕਦੇ ਹਾਂ ਜੇ ਗੁਰੂ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਕਰੀਏ। ਯਾਦ ਰੱਖੀਏ, ਖੰਡੇ ਦੀ ਪੌਲ ਛਕੀਏ, ਚਾਰ ਬੱਜਰ ਕੁਰੇਤਾਂ ਤੋਂ ਦੂਰ ਰਹੀਏ, ਮੜੀਆਂ ਮਸਾਣਾਂ ਦੇ ਉੱਤੇ ਨਹੀਂ ਜਾਣਾ। ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਖਾਲਸਾ ਮੜੀਆਂ ਨੂੰ ਨਾ ਪੂਜਦਾ ਹੋਵੇ, ਖਾਲਸਾ ਕਬਰਾਂ ਦੇ ਉੱਤੇ ਜਾ ਕਰਕੇ ਮੱਥਾ ਨਾ ਟੇਕਦਾ ਹੋਵੇ, ਬੁੱਤਾਂ ਦੀ ਪੂਜਾ ਨਾ ਕਰਦਾ ਹੋਵੇ। ਬੁੱਤ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਿਆਈ। ਓਏ ਲੈ ਜਾ ਰੇ ਓਏ ਲੈ ਗਾਡੇ, ਤੇਰੀ ਗਤ ਦੂਹ ਨਾ ਪਾਈ। ਮਹਾਰਾਜ ਕਹਿੰਦੇ ਤੇਰੀ ਗਤੀ ਜਿਹੜੀ ਹੈ ਨਾ ਉਹ ਇਸ ਪ੍ਰਕਾਰ ਦੇ ਨਾਲ ਨਹੀਂ ਹੋਣੀ। ਹਾਂ, ਤੇਰੀ ਗਤੀ ਹੋਵੇਗੀ, ਤੂੰ ਪੰਥ ਦੇ ਸਿਧਾਂਤ ਦੇ ਉੱਤੇ ਆਪ ਖੜਾ ਰਹਿਣਾ ਕਰ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਐਸੇ ਸਿਧਾਂਤ ਦੇ ਉੱਪਰ ਆਪ ਤੂੰ ਖੜਾ ਰਵੇਂਗਾ, ਤੇਰੀ ਪੂਜਾ ਵੀ ਸਫਲ ਹੋਵੇਗੀ। ਪਰਚਾ ਸ਼ਬਦ ਦਾ ਹੋਣਾ ਚਾਹੀਦਾ ਤੇ ਦੀਦਾਰ ਖਾਲਸੇ ਦਾ। ਜਿਹੜਾ ਚਾਰ ਬੱਜਰ ਕੁਰੇਤਾ ਨਾ ਕਰਦਾ ਹੋਵੇ, ਜਿਹੜਾ ਗੁਰਸੰਗਤ ਜੀ ਨਾ ਚਾਰ ਬੱਜਰ ਕੁਰੇਤਾ ਕਰੇ, ਮੜੀਆਂ ਮਸਾਣਾ ਕਬਰਾਂ ਵਾਲੇ ਪਾਸੇ ਨਾ ਜਾਣਾ ਕਰੇ, ਨਿਤਨੇਮ ਦਾ ਧਾਰਨੀ ਹੋਵੇ, ਅੰਮ੍ਰਿਤ ਵੇਲੇ ਦਾ ਧਾਰਨੀ ਹੋਵੇ, ਐਸੇ ਖਾਲਸੇ ਦਾ ਦੀਦਾਰ ਕਰੇਗਾ, ਤੇਰਾ ਆਪਣਾ ਵੀ ਜੀਵਨ ਸਫਲ ਹੋਵੇਗਾ, ਤੇਰਾ ਆਪਣਾ ਵੀ ਜੀਵਨ ਚੰਗਾ ਹੋਵੇਗਾ। ਸੋ ਗੁਰਸੰਗਤ ਜੀ ਐਸੀਆਂ ਮਹਾਰਾਜ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨਾ ਕਰੀਏ, ਤਾਂ ਹੀ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਮਨਾਇਆ ਸਫਲ ਹੋ ਸਕਦਾ ਹੈ। ਸੋ ਇਤਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਲੇਖੇ ਕਤਹਿ ਨਾ ਛੁਟੀਐ। ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ। ਨਾਨਕ ਪਾਰ ਉਤਾਰ ਜੀਆਂ ਦੇ ਮਹਾਵਾਕਾਂ ਅਨੁਸਾਰ ਇਧਰ ਹੀ ਸਮਾਪਤੀ ਹੈ। ਇੱਕ ਵਾਰ ਫੇਰ ਆਪ ਸਮੂਹ ਸੰਗਤਾਂ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਜੀ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ ਹੋਵਣ ਜੀ। ਸੋ ਇਤਨੀਆਂ ਕੁ ਬੇਨਤੀਆਂ